ਜੀ ਸਰਕਾਰ अस्सलाम वालेकुम। मैं जी नज़र अब्बास लंदन तो ਅੱਜ ਫਿਰ ਦਿਲ ਕੀਤਾ ਕਿ ਥੋੜੀ ਜਿਹੀ ਪੰਜਾਬੀ 'ਚ ਗੱਲ ਹੋਣੀ ਚਾਹੀਦੀ ਹੈ। ਸਰ ਜੀ ਸੂਰਤ ਹਾਲ ਕੁਝ ਇੰਝ ਹੈ ਕਿ ਇਸਰਾਇਲ ਦੀ ਤਰ੍ਹਾਂ ਦੀ ਜੰਗ ਲੱਗੀ ਹੈ। ਜੰਗ ਹੁਣ ਇਦਾਂ ਦੀ ਹੈ ਕਿ ਬਾਰਡਰ ਨਾਲ ਕੋਈ ਨਹੀਂ, ਗਵਾਂਢੀ ਕੋਈ ਨਹੀਂ ਹੈਗੇ, ਵਿਚਕਾਰ 4-5-6 ਮੁਲਕ ਨੇ, ਉਹ ਇੱਧਰੋਂ ਮਾਰਦੇ ਨੇ, ਉਹ ਉੱਧਰੋਂ ਮਾਰਦੇ ਨੇ, ਤੇ ਜੰਗ ਲੱਗੀ ਹੈ। ਜੰਗ ਦਾ ਸਟਾਰਟ ਇਸਰਾਇਲ ਨੇ ਕੀਤਾ। ਇਸਰਾਇਲ ਨੇ ਕਿਹਾ ਜੀ ਮੇਰਾ ਇਰਾਨੀ ਬੜੇ ਦਹਿਸ਼ਤਗਰਦ ਲੋਕ ਨੇ, ਇਹਨਾਂ ਤੇ ਹਮਲਾ ਕਰਨਾ ਚਾਹੀਦਾ। ਈਰਾਨ ਨੇ ਜਵਾਬ ਦਿੱਤਾ, ਉਹਨਾਂ ਨੂੰ ਠੀਕ ਠਾਕ ਠੋਕ ਕੇ ਰੱਖੀਆਂ, ਉਹਨਾਂ ਨੂੰ ਜਿਹੜੀਆਂ ਨੂੰ ਕਦੀ ਜੁੱਤੀਆਂ ਨਹੀਂ ਸੀ ਪਈਆਂ ਉਹ ਉਹਨਾਂ ਨੇ ਕੀਤੀਆਂ। ਮੈਂ ਦੇਖਿਆ ਕੱਲ ਲੰਦਨ ਦੇ ਵਿੱਚ ਇਰਾਨੀ ਐਮਬੈਸੀ ਦੇ ਬਾਹਰ ਇਸਰਾਇਲੀ ਖੜੇ ਸਨ, ਰੋਣ ਪਿੱਟਣ ਪਾਇਆ ਸੀ। ਮੈਂ ਸੋਚੀ ਪੈ ਗਿਆ, ਖਬਰਾਂ ਵੀ ਦੇਖ ਰਹੇ ਸਾਂ ਕਿ ਰੋਣ ਪਿੱਟਣ ਇਸਰਾਇਲ ਨੇ ਬੜਾ ਪਾਇਆ ਦਾ। ਡਿਟੇਲਾਂ ਤੁਹਾਨੂੰ ਇੱਧਰੋਂ ਉੱਧਰੋਂ ਪਤਾ ਲੱਗਦਾ। ਮੈਂ ਤਾਂ ਗੱਲ ਕਰਨਾ ਕਿ ਜਿਹੜਾ ਹੋ ਕੀ ਰਿਹਾ ਜਿਨ੍ਹਾਂ ਦੇ ਨਾਲ ਆਪਸ ਦੇ ਵਿੱਚ ਇੱਥੇ ਜਿਹੜਾ ਕਿ ਡਰਾਮਾ ਜਿਹੜਾ ਬਣਿਆ, ਜਿਹੜੇ ਚੀਕਾਂ ਇਸਰਾਇਲ ਦੀਆਂ ਨੇ। 25,000 ਦੇ ਕਰੀਬ ਬੱਚਾ ਮਾਸੂਮ ਬੇਗੁਨਾਹ ਉਹਨਾਂ ਨੇ ਮਾਰ ਦਿੱਤਾ। ਫੋਟੋਆਂ ਤੁਸੀਂ ਦੇਖੀਆਂ, ਸਾਰਾ ਦਾ ਸਾਰਾ ਇਸਰਾਇਲ ਗਾਜ਼ਾ ਜਿਹੜਾ ਬਿਲਕੁਲ ਲੰਮਿਆਂ ਪਾ ਦਿੱਤਾ। ਛੋਟੀਆਂ ਛੋਟੀਆਂ ਖਬਰਾਂ ਲੱਗਦੀਆਂ ਸਨ ਸਕਾਈ ਟੀਵੀ ਤੇ, BBC ਤੇ, ਇਹਨਾਂ ਸਾਰੇ ਮੁਲਕਾਂ ਦੇ ਵਿੱਚ ਛੋਟੀ ਛੋਟੀ ਖਬਰਾਂ ਲੱਗਦੀਆਂ ਸਨ। ਤੇ ਅੱਜ ਉਹਨਾਂ ਦੀ ਚੀਕਾਂ ਸਮਾਨ ਤੇ ਜਾ ਰਹੀਆਂ ਨੇ। ਇਰਾਨੀ ਐਮਬੈਸੀ ਦੇ ਬਾਹਰ ਇhtਜਾਜ ਹੋ ਰਿਹਾ, ਬੰਦੇ ਉੱਥੇ ਕੈਂਪ ਲਾ ਕੇ ਬੈਠੇ ਨੇ, ਰਾਤ ਵੀ ਉੱਥੇ ਸੋਣਾ, ਦਿਨੇ ਵੀ ਉੱਥੇ। ਅੱਛਾ ਵੀ ਸਰ 24 ਘੰਟੇ ਦਾ ਜਿਹੜਾ ਕੈਂਪ ਹੈ ਨਾ, ਸਾਨੂੰ ਇਜਾਜ਼ਤ ਕਦੀ ਨਹੀਂ ਲੱਭੀ ਇੱਥੇ ਕਿ 24 ਘੰਟੇ ਦਾ ਕੈਂਪ ਲਾ ਲਓ ਜਾਂ 4 ਦਿਨ ਬੈਠ ਰਹੋ ਜਾਂ 5 ਦਿਨ ਬੈਠ ਰਹੋ। ਇਹਨਾਂ ਨੇ ਪੱਕੇ ਕੈਂਪ ਲਾਏ ਨੇ ਉੱਥੇ, ਰਾਤ ਹੀ ਬਵਾਂਗੇ ਦਿਨੇ ਹੀ ਬਵਾਂਗੇ, ਵਾਜੇ ਬੁੱਝੇ ਚੱਲਣ ਡਏ ਨੇ। ਯਾਨੀ ਤੁਸੀਂ ਅੰਦਾਜ਼ਾ ਕਰੋ ਆਪਣੇ ਤੇ ਪਈ ਤੇ ਕੀ ਹਾਲ ਹੋ ਗਿਆ। ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਤੁਸੀਂ ਮਾਰਿਆ ਤੇ ਦੁਨੀਆ ਦੇਖਦੀ ਰਹੀ। ਮਾਸੂਮ ਬੱਚਿਆਂ ਦੀਆਂ ਫੋਟੋਆਂ ਆ ਰਹੀਆਂ ਨੇ, ਲੋਕੀ ਭੁੱਖ ਨਾਲ ਦੌੜ ਰਹੇ ਨੇ ਰੋਟੀ ਦੇ ਪਿੱਛੇ। ਜ਼ੁਲਮ ਦੀ ਅਖੀਰ ਹੋਈ ਪਈ ਸੀ, ਸਾਰੇ ਦੁਨੀਆ ਖਾਮੋਸ਼ ਬੈਠੀ ਸੀ। ਹੁਣ ਸਿਰਫ 4 ਬਿਲਡਿੰਗਾਂ ਉਹਨਾਂ ਦੀਆਂ ਡਿੱਗੀਆਂ ਨੇ, ਬੰਕਰਾਂ 'ਚ ਵੜ ਗਏ ਨੇ। ਤੁਸੀਂ ਫਿਲਮਾਂ ਦੇਖ, ਤੁਸੀਂ ਵੀਡੀਓ ਦੇਖ ਕੇ ਹੈਰਾਨ ਹੋ ਜਾਓਗੇ। ਯਾਨੀ ਉਹਨਾਂ ਥੱਲੇ ਸ਼ਹਿਰ ਦਾ ਸ਼ਹਿਰ ਹੀ ਆਬਾਦ ਕੀਤਾ। ਇੰਨੀਆਂ ਚੀਕਾਂ ਨਿਕਲ ਗਈਆਂ ਉਹਨਾਂ ਦੀਆਂ ਤੇ ਖੁਦਾ ਦੀ ਪਨਾਹ। ਯਾਨੀ ਉਹ ਅਸਲਾ ਰੱਖਣ ਤੇ ਜਾਇਜ਼ ਹੈ, ਮੁਸਲਮਾਨ ਅਸਲਾ ਰੱਖੇ ਤੇ ਨਜਾਇਜ਼ ਹੈ। ਇਸ ਚੀਜ਼ ਤੇ ਮੈਂ ਕਾਫੀ ਦਫਾ ਗੱਲ ਕਰ ਚੁੱਕਾ ਹਾਂ ਕਿ ਇਹ ਇਹਨਾਂ ਦੀ ਸਕੀਮ ਹੈ। ਉਹਨਾਂ ਨੂੰ ਬੰਦੇ ਇੱਦਾਂ ਦੇ ਚਾਹੀਦੇ ਨੇ ਕਿ ਜਿਹੜੇ ਸਿਰਫ ਮੁਸਲਮਾਨ ਐਵੇਂ ਦੇ ਹੋਣ ਕਿ ਜਿਹੜੇ ਅੱਲਾ ਅੱਲਾ ਕਰੀ ਜਾਣ ਤੇ ਬਸ ਨਮਾਜ਼ਾਂ ਨਮੂਜ਼ਾਂ ਪੜ੍ਹ ਕੇ ਫਾਰਗ ਹੋਣ, ਤੇ ਬਾਕੀ ਆਪਣੇ ਆਪ ਨੂੰ ਮੁਸਲਮਾਨ ਸਾਬਤ ਨਾ ਕਰ ਸਕਣ ਜਾਂ ਸਾਡੇ ਤੋਂ ਵੱਧ ਨਾ ਹੋ ਸਕਣ, ਵੱਧ ਨਾ ਸਕਣ, ਤਾਕਤ ਨਾ ਆਵੇ ਉਹਨਾਂ ਕੋਲੋਂ। ਉਹ ਦੌਲੇ ਸ਼ਾਹ ਦੇ ਚੂਹੇ ਬਣ ਕੇ ਫਿਰਦੇ ਰਹਿਣ ਮੁਸਲਮਾਨ, ਤੇ ਫਿਰ ਠੀਕ ਨੇ। ਤੇ ਜੇ ਗੱਲ ਕਰਨ ਤੇ ਫਿਰ ਉਹ ਰੌਲਾ। ਅੱਛਾ, ਇਹ ਸਾਰੇ ਕਹਾਣੀ ਦੇ ਵਿੱਚ, ਸਾਰੀ ਜਿਹੜੀ ਜੋ ਜੰਗ ਜਦ ਵਿੱਚ ਸਾਡੇ ਅੰਦਰ ਅਜੀਬੋ ਗਰੀਬ ਸਟੋਰੀ ਬਣੀ ਹੈ, ਸਾਡੇ ਅੰਦਰ ਅਜੀਬ ਕਹਾਣੀ ਬਣੀ ਹੈ। ਕਹਾਣੀ ਇਹ ਬਣੀ ਹੈ ਕਿ ਸਾਫੀਆਂ ਦੀ ਟਵੀਟਾਂ ਨੇ, ਮੈਂ ਤਾਂ ਹੈਰਾਨ ਹੋ ਗਿਆ ਦੇਖ ਕੇ, ਸੁਣ ਕੇ ਹੈਰਾਨ ਹੋ ਗਿਆ। ਸਿਰਫ ਇੰਨਾ ਹੀ ਸੋਚ ਲੈਣਾ ਕਾਫੀ ਹੈ ਕਿ ਈਰਾਨ ਜਿਹੜਾ ਮੁਸਲਮਾਨ ਮੁਲਕ ਹੈ ਔਰ ਇਸਰਾਇਲ ਨੇ ਇੱਕ ਦੁਸ਼ਮਣ ਮੁਲਕ ਹੈ। ਚਲੋ ਇਹਨੂੰ ਵੀ ਛੱਡ ਦਿੰਦੇ ਕਿ ਜੀ ਚਲੋ ਮੁਸਲਮਾਨ ਨੂੰ ਵੀ ਛੱਡ ਦਿੰਦੇ ਆ ਜੀ, ਮੁਸਲਮਾਨ ਜਾਂ ਗੈਰ ਮੁਸਲਮਾਨ ਨੂੰ ਵੀ ਛੱਡ ਦਿੰਦੇ ਅਸੀਂ। ਇਹ ਦੇਖੋ ਕਿ ਉਹਨੇ 2 ਸਾਲ ਹੋ ਗਏ ਨੇ, 2 ਸਾਲ ਲਗਾਤਾਰ ਉਸ ਮੁਲਕ ਨੇ ਸਤਿਆਨਾਸ਼ ਕਰਕੇ ਰੱਖ ਦਿੱਤਾ ਮਾਸੂਮ ਲੋਕਾਂ ਦਾ। ਇਹ ਵੀ ਛੱਡ ਦਿਓ, ਮੁਸਲਮਾਨ ਨੇ ਉੱਥੇ ਮਾਸੂਮ ਲੋਕ ਨੇ, ਇਨਸਾਨ ਨੇ, ਇਨਸਾਨੀਅਤ ਦਾ ਇੰਨਾ ਕਤਲੇਆਮ ਕੀਤਾ ਇਹਨਾਂ ਲੋਕਾਂ ਨੇ। ਉਹਨਾਂ ਦੇ ਨਾਲ ਹੁਣ ਜਾ ਕੇ ਈਰਾਨ ਦੇ ਖਿਲਾਫ ਖਲੋ ਗਏ ਨੇ। ਤੁਸੀਂ ਇਸ ਬੇਸ ਤੇ ਵੀ ਦੇਖ ਲਓ, ਕਿਸੇ ਵੀ ਬੇਸ ਤੇ, ਭਾਵੇਂ ਇਨਸਾਨੀਅਤ ਹੋ ਜਾਏ, ਭਾਵੇਂ ਮੁਸਲਮਾਨ ਹੋਣਾ ਨਾ ਹੋਣਾ ਹੋ ਜਾਏ, ਹਰ ਲਿਹਾਜ਼ ਨਾਲ ਇਸਰਾਇਲ ਦੀ ਮੁਜ਼ੰਮਤ ਬਣਦੀ ਕਿ ਦਹਿਸ਼ਤਗਰਦ ਕਿਸਮ ਦੇ ਲੋਕ ਨੇ। ਔਰ ਉਹਨਾਂ ਦੇ ਉੱਤੇ ਸਾਡੇ ਅੰਦਰੋਂ ਪਾਕਿਸਤਾਨ ਦੇ ਵਿੱਚੋਂ ਸਹਾਫੀ ਦੱਸ ਰਹੇ ਨੇ। ਫਿਰ ਔਤਾ ਤਾਰੜ ਅਸੈਂਬਲੀ 'ਚ ਖਲੋ ਕੇ ਕਹਿਣ ਦੇ ਇਮਰਾਨ ਖਾਨ ਟਵੀਟ ਕਿਉਂ ਨਹੀਂ ਕੀਤੀ। ਇਹ ਖੋਤੀ ਦੇ ਪੁੱਤਰੋ, ਉਹ ਟਵੀਟ ਕਿੱਥੋਂ ਕਰੇ? ਨਾ ਤੁਸੀਂ ਕਿਸੇ ਨੂੰ ਮਿਲਣ ਦਿੰਦੇ ਹੋ, ਨਾ ਉਹ ਕਿਸੇ ਨੂੰ ਗੱਲ ਕਰਨ ਦਿੰਦੇ ਹੋ। ਜਦੋਂ ਉਹ ਗੱਲ ਕਰਦਾ ਤਾਂ ਪੂਰੀ ਦੁਨੀਆ ਸੁਣਦੀ। ਇਸਰਾਇਲ ਤੇ ਜੋ PTI ਦਾ ਮੌਕਫ ਹੈ, ਜੋ ਇਮਰਾਨ ਖਾਨ ਦਾ ਮੌਕਫ ਹੈ, ਉਹ ਸਾਰੀ ਦੁਨੀਆ ਨੂੰ ਪਤਾ। ਡਟ ਕੇ ਖੜੇ ਨੇ, ਉਹ ਅੰਦਰੋਂ ਕਦੀ ਟਿਕਦੇ ਨਹੀਂ। ਤੁਸੀਂ ਉਹਨੂੰ ਮਿਲ ਕੇ ਰਾਜ ਨਹੀਂ, ਪੱਖੇ ਤੁਸੀਂ ਉਹਦੇ ਬੰਦ ਕਰਤੇ, ਰੋਟੀ ਤੁਸੀਂ ਉਹਨੂੰ ਠੀਕ ਤਰੀਕੇ ਨਾਲ ਨਹੀਂ ਦੇ ਰਹੇ, ਹਵਾ ਉਹਨੂੰ ਲੱਗਣ ਦੇ, ਤੰਦੂਰ ਦੇ ਵਿੱਚ ਤੁਸੀਂ ਉਹਨੂੰ ਰੱਖਿਆ। ਉੱਥੋਂ ਕਹਿੰਦੇ ਟਵੀਟ ਕਰਕੇ ਇਸਰਾਇਲ ਦੇ ਖਿਲਾਫ। ਤੁਸੀਂ ਤਾਂ ਕਰੋ ਇਸਰਾਇਲ ਦੇ ਖਿਲਾਫ। ਔਰ ਇਹੀ ਬਗੈਰਤ ਆਦਮੀ ਜਿਹੜੇ ਨੇ ਇਹ ਕਹਿ ਰਹੇ ਸੀ ਇਸਰਾਇਲ ਨੂੰ ਮੰਨ ਲਓ, ਇਸਰਾਇਲ ਨਾਲ ਕਾਰੋਬਾਰ ਕਰ ਲਓ। ਬਹਰਹਾਲ ਸੂਰਤ ਹਾਲ ਜਿਹੜੀ ਹੈ ਨਾ, ਇਹ ਸਾਡੀ ਬਹੁਤ ਗਲਤ ਹੈ। ਸਾਡੀ ਗੌਰਮੈਂਟ ਨੇ, ਸਾਡੀ ਜਿਹੜੀ ਹਕੂਮਤ ਹੈ ਜਿਹੜੀ ਫਾਰਮ 47 ਦੀ, ਉਹਨੇ ਜ਼ੁਲਮ ਦੀ ਅਖੀਰ ਕੀਤੀ ਪਈ ਹੈ। ਔਰ ਇੱਥੋਂ ਤੱਕ ਆ ਗਏ ਨੇ, ਬਗੈਰਤੀ ਦੇ ਇੱਥੋਂ ਤੱਕ ਆ ਚੁੱਕੇ ਨੇ ਕਿ ਉਹ ਬੰਦੇ ਜਿਹੜੇ ਨੇ ਹੁਣ ਇਸ ਵਕਤ ਇਸਰਾਇਲ ਦੀ ਸਪੋਰਟ ਤੇ ਲੱਗੇ ਨੇ।
बड़ी हैरत हुई मैनू, बड़ी सख्त दुख और अफसोस का मुकाम आ। इसराइल ने आयरन डोम ਨੂੰ ਤਬਾਹ ਕਰ ਦਿੱਤਾ। ਉਹਨਾਂ ਨੇ ਇੱਥੇ ਮੈਂ ਕੁਝ ਪੁਆਇੰਟ ਲਿਖੇ ਸੀ ਤੇ इसराइली ਬੰਕਰਾਂ 'ਚ ਬੜੇ ਨੇ, ਆਇਰਨ ਡੋਮ ਤਬਾਹ ਹੋ ਗਿਆ। ਅੱਛਾ, ਇਹਦੇ 'ਚ ਇੱਕ ਚੀਜ਼ ਬੜੀ ਖਾਸ ਦੇਖਣ ਲਈ ਹੈ, ਹੋਇਆ ਹੈ ਕਿ ਜਦੋਂ ਅਟੈਕ ਹੋਇਆ ਨਾ, ਜਦੋਂ इसराइल ਨੇ ਅਟੈਕ ਕੀਤਾ ਉਹਦੇ ਤੇ ਈਰਾਨ ਦੇ ਉੱਤੇ, ਉਹਨਾਂ ਨੇ ਬੜਾ ਖਾਸ ਜਗ੍ਹਾ ਤੇ ਜਾ ਕੇ ਬੰਦੇ ਮਾਰੇ ਨੇ। ਦੋ ਸ਼ਾਮਾਂ ਪਤਾ ਲੱਗੀਆਂ ਕਿ ਉਹਨਾਂ ਦੇ ਫੌਜੀ ਜਿਹੜੇ ਨੇ ਵੱਡੇ ਮਹੱਲਾਂ 'ਚ ਨਹੀਂ ਰਹਿੰਦੇ। ਈਰਾਨੀਆਂ ਨੇ ਕੋਈ ਮਰੱਬੇ ਨਹੀਂ ਲਏ ਦੇ। ईरानी जरनैलों के कोल कोई करोड़ों रुपया अरबों रुपया नहीं है, वो छोटे ਜਿਹੇ उत्ते फ्लैट 'ਚ रहन दिया सी। दूजी चीज़ ये पता लगी कि गद्दारी अंदरों हुई है। अंदरों गद्दारी मुसलमान के अंदर इतना गद्दार है कि उन्होंने एग्जैक्ट दसिया कि भी इतने बंदा बैठा है। हुण जो मिसाइल उतों मारते पे ने, जो टारगेट करन दे, चिप ते जाते हैं। छोटी जी चिप है, किसी बंदे ने जाके घर च रखी है। वो स्वीपर भी हो सकता है, वो ਇਹਦਾ कोई यार दोस्त भी हो सकता है, जिन्हें भी जाके रखी होनी, जाके किते रखी जी ए जगह जे जिसे तुसीं मारनी है। और उन्होंने चुन के बंदे मारे ने, लब के बंदे मारे ने। और यदि एक रातों रात प्लानिंग नहीं होगी, ये रातों रात काम नहीं होया, एक काम काफ़ी लंबा जे सी, काफ़ी देर का काम हो रहा सी। तो ਇਹਦਾ मतलब ये है, इस चीज़ का की पता लगा, अपने अंदरों गद्दार पहले मारो, बाहर तो बाद तुसीं जाके मारना। और यही चीज़ हुण पाकिस्तान से भी लागू होंदी कि गद्दार पहले मारने। ਸਾਡੇ ਨਾਲ गद्दारी की हुई है। ਸਾਡਾ ਮੁਆਸ਼ਰਾ ਜਿਹੜਾ ਸੀ, ਪਾਕਿਸਤਾਨ ਦਾ ਇੱਕ ਮੁਆਸ਼ਰਾ ਜਿਹੜਾ ਸੀ, ਉਹਨੂੰ ਪੂਰੇ ਦਾ ਪੂਰਾ ਇੱਕ ਸਿਸਟਮ ਹੁੰਦਾ। ਜਦੋਂ ਕਿਸੇ ਮੁਲਕ ਨੂੰ ਚੱਲਣਾ ਹੈ, ਜਦੋਂ ਕਿਸੇ ਮੁਲਕ ਨੇ ਚੱਲਣਾ ਜਾਂ ਕਿਸੇ ਮੁਲਕ ਦੇ ਇੰਤਜ਼ਾਮਾਤ ਚੱਲਣੇ ਨੇ, ਜਾਂ ਉਸ ਮੁਲਕ ਦੇ ਜਦੋਂ ਕਾਰੋਬਾਰ ਜ਼ਿੰਦਗੀ ਜਦੋਂ ਚੱਲਣਾ, ਉਹਦੇ ਕੁਝ ਉੱਤੋਂ ਕੁਝ ਤਰੀਕੇ ਨੇ। ਉਸ ਤਰੀਕੇ ਦੇ ਸਭ ਤੋਂ ਜ਼ਿਆਦਾ ਪਹਿਲੀ ਚੀਜ਼ ਇਹ ਹੈ ਕਿ ਉਹਦਾ ਕਨਸਟੀਟਿਊਸ਼ਨ ਹੁੰਦਾ, ਉਹਦਾ ਆਇਨ ਹੁੰਦਾ। फिर ਉਹਦੇ ਅੰਦਰ ਕਵਾਨੀਨ ਬਣਦੇ ਨੇ, ਕਾਨੂੰਨ ਬਣਦੇ ਨੇ। ਅਸੈਂਬਲੀ ਕਾਨੂੰਨ ਬਣਾਉਂਦੀ, ਉਹਨਾਂ ਕਾਨੂੰਨਾਂ ਦੇ ਮੁਤਾਬਕ ਜਿਹੜਾ ਨਾ ਉਹ ਮੁਲਕ ਚੱਲਦਾ ਹੈ। ਸਾਡੇ ਕੋਲ 73 ਦਾ ਆਇਨ ਸੀ। ਸਭ ਤੋਂ ਪਹਿਲਾਂ ਕੋਈ ਮੁਲਕ ਦੁਸ਼ਮਣੀ ਕੋਈ ਹੋਏਗੀ ਨਾ, ਤਾਂ ਉਹ ਇਹ ਹੋਏਗੀ ਕਿ ਤੁਸੀਂ ਉਹਨੂੰ ਬਰਬਾਦ ਕਰ ਦਿਓ, ਸਾਈਨ ਨੂੰ, ਉਹਨੂੰ ਓਵਰ ਰੂਲ ਕਰ ਦਿਓ, ਉਹ ਤੋਂ ਬਾਹਰ ਨਿਕਲ ਕੇ ਕੰਮ ਸ਼ੁਰੂ ਕਰ ਦਿਓ। ਔਰ ਉਹ ਕੰਮ ਕਿਹਨੇ ਕੀਤਾ? ਉਹ ਸਾਡੇ ਕਾਜ਼ੀ ਫਾਇਜ਼ ਈਸਾ ਸਾਹਿਬ ਨੇ ਵੀ ਕੀਤਾ, ਉਹ ਸਾਡੇ ਜਰਨੈਲਾਂ ਨੇ ਵੀ ਕੀਤਾ। ਇਹ ਫਿਰ ਕੌਣ ਲੋਕ ਨੇ? ਇਹ ਗद्दार ਨੇ। गद्दार हर वो शख्स गद्दार है जिहड़ा अपने मुल्क के मफादात के खिलाफ काम करे, जिहड़ा अपने मुल्क की कानून के खिलाफ काम करे, जिहदे नाल मुल्क नूं नुकसान पहुंचे, साडी नस्लां नूं नुकसान पहुंचे, वो गद्दारी है। हर वो काम जिहदे नाल साडा मुआशरा खराब हो जाए या साडे मुल्क की सिक्योरिटी डैमेज हो जाए या किसी चीज़, वो सारी चीज़ गद्दारी च आती। सिर्फ यही गद्दारी च नहीं आती कि लोगों को राज दे दिते। बच्चों को बर्बाद कर देना भी गद्दारी चाहती है। बच्चों ने शराब ते ला देना, जुए ते ला देना, ये भी गद्दारी है। अपने खानदान के नाल गद्दारी, अपने बच्चों नाल गद्दारी है। तो ये गद्दारी जी करने वाले बंदे ने, इन्हों पहले असीं अपने अंदरों फड़ना। जो इसराइल दे ईरान की इसलिए सूरत हाल बनी पई है, जो ईरान नाल हो रहा है, ईरान के अंदरों गद्दार सन बहुत सारे, जिन्होंने जाके इन्फॉर्मेशन दित्तियां, जगह दसियां, जाके उत्थे फिर ऐसियां चिपां रखियां जिथे जाके लोगों ने हमला किया। यह बड़ा वड्डा साडे वास्ते सबक है। अज ईरान है तो कल नूं पाकिस्तान है। सर दुनिया के 2 या 3 मुल्क बचे ने, जिन्हां विचों नंबर 1 टर्की है, ईरान है तो पाकिस्तान है। तुसीं हुण फारग हो समझो अपने आप नूं, इन्ना समझो कि तुहाडे फुफी दे पुत्तर ने ते तुहानूं आके बचा लैणगे। नहीं, तुहानूं किसी ने आके नहीं बचाना। तुसीं अपने गद्दार अपने आप खत्म कर लो। पाकिस्तान की कौम नूं समझण दी जरूरत है कि ये गद्दार हुण तुहाडीआं अदालतां नहीं मारने, क्योंकि अदालतां दे विच आप गद्दार बैठे ने। अदालतां दे विच ओह गद्दार बैठे ने जिहड़े पाकिस्तान के आइन नूं तोड़दे पे ने, जिहड़े पाकिस्तान के इंसाफ के निज़ाम नूं बर्बाद करते पे ने। फिर इन्हां गद्दारां नूं आके फौज ने नहीं आके फड़ना, क्योंकि उहदे विच आप गद्दार बैठे ने। एस्टैबलिशमेंट दे विच आप गद्दार बैठे ने। ओह गद्दार बैठे ने जिहड़े पाकिस्तान की आवाम दा वोट चोरी कर लैंदे ने। ਉਹ गद्दार बैठे ने ਜਿਹੜੇ पाकिस्तान के लोगों ਨੂੰ, बेगुनाहां ਨੂੰ, लोगों के कंधा टप के उन्होंने चुक के उन्होंने बच्चे गवाह करके उन्होंने ते जुल्म करते हैं। एक मुल्क नाल गद्दारी है। मुल्क के वोट चोरी करना यह गद्दारी है। मुल्क के आइन नूं तोड़ दिता यह गद्दारी है। ये सारे गद्दार जो तक असीं नहीं, एक कौन करेगा? जो एक सिस्टम हुंदा मुल्क दे विच, सिस्टम हुंदा, एक बंदे ने चोरी की या गद्दारी की, उहदी अदालतां नूं इंसाफ दिंदियां ने। आखिरी जिहड़ा मुकाम अदालतां दा, जो अदालतां दे विच भी गद्दार आ जाण ते फिर तुहाडे कोल कोई की रस्ता बचेगा? तुहाडे कोल की रस्ता ऐसा है कि तुसीं जाके कहो कि जी मसीह जनाब इन्हां गद्दारां नूं जाके कोई इन्हां दा हिसाब करना या इन्हां नूं कानून दे लिया के? तुहाडे कोल कानून तो है कोई नहीं। हुण तुसीं तुहाडे कोल एक ही रस्ता बचदा कि तुसीं बाहर निकलो। एक रस्ता तुहानूं अली अमीन गड्डापुर ने दस्सिआ, वो रस्ता इमरान खान का रस्ता नहीं है। गोली चला दो, फलां कर दो, ढींग कर दो, बंदे मार दो, ये इमरान खान का रस्ता नहीं है। ये पाकिस्तान तहरीक इंसाफ का रस्ता नहीं है। ये सियासी रस्ता नहीं है। सियासी रस्ता की है कि तुसीं सड़कों ते एहतजाज करो।
ਪਾਕਿਸਤਾਨ ਦੀ ਆਵਾਮ ਨੂੰ ਆਪਣਾ ਰਸਤਾ ਆਪ ਬਣਾਉਣਾ ਪੈਣਾ। ਇਸ ਲਈ ਜੋ ਦੁਨੀਆ ਦੇ ਹਾਲਾਤ ਬਣਦੇ ਪਏ ਨੇ, ਪਾਕਿਸਤਾਨ ਦਿਨ ਬ ਦਿਨ ਕਮਜ਼ੋਰ ਹੋ ਰਿਹਾ। ਇਰਾਨੀ ਹਮਲੇ ਨੂੰ ਮੈਂ ਬਹੁਤ ਸੀਰੀਅਸ ਦੇਖ ਰਿਹਾ। ਈਰਾਨ ਤੇ ਜਿਹੜਾ ਹਮਲਾ ਹੋਇਆ, ਇਸ ਕੱਲ੍ਹ ਨੂੰ ਸਾਡੀ ਵਾਰੀ ਵੀ ਆਣੀ ਹੈ। ਅਗਰ ਅਸੀਂ ਚਾਹੁੰਦੇ ਕਿ ਪਾਕਿਸਤਾਨ ਬਚੇ, ਅਗਰ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਕੋਈ ਸਟਰੈਂਥ ਮਿਲੇ, ਤੇ ਉਹਦਾ ਵਾਸਤੇ ਸਾਡੇ ਕੋਲ ਕੋਈ ਹੋਰ ਕੋਈ ਹੱਲ ਹੈ ਨਹੀਂ। ਅਸੀਂ ਆਪਣੇ ਗद्दार ਪਹਿਲੇ ਮਾਰਨੇ ਆ, ਟੈਂਕ ਟੂੰਕ ਤੇ ਬਾਅਦ ਚੋਂ ਆਣੇ ਨੇ। ਇਸ ਐਸਟੈਬਲਿਸ਼ਮੈਂਟ ਨੇ 9 ਮਈ ਵੀ ਕਰਾ ਕੇ ਦੇਖ ਲਿਆ। ਇਸ ਐਸਟੈਬਲਿਸ਼ਮੈਂਟ ਨੇ ਮਾੜੀ ਚੰਗੀ ਜੰਗ ਵੀ ਕਰਾ ਕੇ ਦੇਖ ਲਈ। ਫੀਲਡ ਮਾਰਸ਼ਲ ਵੀ ਚੋਈ ਸਾਹਿਬ ਆਪਣੇ ਸਾਡੇ ਜਿਹੜੇ ਨੇ ਉਹ ਬਣ ਕੇ ਬਹਿ ਗਏ। ਲੇਕਿਨ ਉਸ ਦੇ ਬਾਵਜੂਦ ਤੁਸੀਂ ਓਵਰਸੀਜ਼ ਪਾਕਿਸਤਾਨ ਨੂੰ ਦੇਖ ਲਓ, ਅਮਰੀਕਾ 'ਚ ਕੀ ਰੌਲਾ ਪਿਆ, ਕਿਸ ਤਰ੍ਹਾਂ ਬੰਦਾ ਇਕੱਠਾ ਹੋਇਆ। ਉਹਨਾਂ ਸਾਬਤ ਕੀਤਾ ਕਿ ਆਹ ਕਿਲਾ ਦੇ ਫਤਹ ਹੋਣਾ ਕੋਈ ਨਹੀਂ ਤੁਹਾਡੇ ਕੋਲੋਂ, ਨਾ ਸੋਸ਼ਲ ਮੀਡੀਆ ਤੇ ਨਾ ਤੁਹਾਡੇ ਕੋਲ ਫਤਹ ਹੋਣਾ ਹੈ ਓਵਰਸੀਜ਼ ਪਾਕਿਸਤਾਨੀ। ਇਹ ਚੀਜ਼ਾਂ ਜਿਹੜੀਆਂ ਨੇ ਪਾਕਿਸਤਾਨ ਦੀ ਆਵਾਮ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਪਹਿਲੇ ਆਪਣੇ ਗद्दार ਖਤਮ ਕਰੋ, ਉਹਦੇ ਬਾਅਦ ਤੁਹਾਨੂੰ ਸੜਕਾਂ 'ਤੇ ਆਉਣਾ ਪੈਣਾ। ਹੋਰ ਕੋਈ ਤੁਹਾਡੇ ਕੋਲ ਰਸਤਾ ਨਹੀਂ ਹੈਗਾ। ਰੋਟੀ ਪਾਣੀ ਤੁਹਾਡੀ ਬੰਦ ਕਰ ਦਿੱਤੀ, ਖਾਣਾ ਪੀਣਾ ਤੁਹਾਡਾ ਬੰਦ ਕਰਤਾ, ਕਿ ਮਹਿੰਗਾਈ ਇਹ ਨਹੀਂ ਕਰਤੀ ਕਿ ਸਮਾਨ ਨੂੰ ਜਾ ਲੱਗੀ ਹੈ। ਇਸ ਸੂਰਤ ਹਾਲ ਦੇ ਵਿੱਚ ਤੁਹਾਡੇ ਕੋਲ ਕੋਈ ਹੋਰ ਰਸਤਾ ਨਹੀਂ ਹੈ ਕਿ ਤੁਸੀਂ ਬਾਹਰ ਆਓ ਤੇ ਆਪਣੀ ਤਾਕਤ ਦਾ ਮੁਜ਼ਾਹਰਾ ਕਰੋ, ਇhtਜਾਜ ਕਰੋ ਔਰ ਆਪਣੀ ਹਕੂਮਤ ਆਪਣੇ ਹੱਥ 'ਚ ਲਵੋ। ਆਪਣਾ ਬਹੁਤ ਖਿਆਲ ਰੱਖਿਆ ਜੇ। ਅੱਲਾਹ ਹਾਫਿਜ਼।